ਜਸ਼ਨ ਸਿੰਘ ਬਾਜਵਾ ਜੀ ਉਸੇ ਹੀ ਜਗ੍ਹਾ ਤੇ ਮੌਜੂਦ ਹੋ ਜਿੱਥੇ 75 ਸਾਲ ਪਹਿਲੇ ਤੁਹਾਡੇ ਦਾਦਾ ਦਾਦੀ ਔਰ ਫੈਮਿਲੀ ਦੇ ਬਾਕੀ ਲੋਕ ਮੌਜੂਦ ਸਨ। ਕੀ ਦੱਸਦੇ ਹਨ ਕਿ ਕਿਵੇਂ ਇੱਥੇ ਆਪਣੇ ਔਰ ਕਿਵੇਂ ਫਿਰ ਇੱਥੋਂ ਅੱਗੇ ਜਾਣਾ ਹੋਇਆ? ਭਈ ਜਿਸ ਤਰ੍ਹਾਂ ਰਾਹ ਜਿਹੜਾ ਸੀ ਕੱਚਾ ਰਾਹ ਸੀ ਤੇ ਘੋੜੀਆਂ ਦੇ ਉੱਤੇ ਹੀ ਜਾਂਦੇ ਸੀ, ਘੋੜੀਆਂ ਜਾਂ ਟਾਂਗੇ ਹੀ ਉਸ ਜ਼ਮੀਨ ਦਾ ਸਾਧਨ ਸੀ। ਸੋ ਜਦੋਂ ਪਿੰਡ ਚੋਂ ਨਿਕਲੇ ਨੇ ਤੇ ਉਹਨਾਂ ਨੂੰ ਇਹ ਉਮੀਦ ਸੀ ਵੀ ਉਹਨਾਂ ਨੇ ਵਾਪਸ ਆ ਜਾਣਾ ਤੇ ਉਹਨਾਂ ਨੇ ਇੱਕ ਜਿਹੜੇ ਘਰ ਦਾ ਜਿਹੜਾ ਕੀਮਤੀ ਸਮਾਨ ਹੁੰਦਾ ਹੈ ਉਹ ਕਹਿੰਦੇ ਸੀ ਵੀ ਉਹ ਚਲੋ ਨਾਲ ਲੈ ਜਾਂਦੇ, ਬਾਕੀ ਦਾ ਸਮਾਨ ਚਲੋ ਇੱਥੇ ਪਿਆ ਰਹੇਗਾ ਤੇ ਅਸੀਂ ਜਿਹੜਾ ਹੈ ਲਾਈਕ ਵਾਪਸ ਆ ਜਾਵਾਂਗੇ। ਤੇ ਫਿਰ ਉਹ ਜਦੋਂ ਪਹਿਲੇ ਟਾਂਗੇ ਤੇ ਸਮਾਨ ਲੈ ਕੇ ਆਏ ਤੇ ਜਿਹੜੇ ਉਹਨਾਂ ਦੇ ਮੁਜ਼ਾਹਰੇ ਸੀ ਜਾਂ ਜਿਹੜੇ ਉਹਨਾਂ ਕੰਮ ਕਰਦੇ ਸੀ ਜਿਨ੍ਹਾਂ ਨੇ ਪੈਕਿੰਗ ਕਰਾਈ ਤੇ ਉਹਨਾਂ ਨੇ ਹੀ ਉਹ ਜਿਹੜੇ ਹੋਰ ਲੋਕਾਂ ਨੂੰ ਇਕੱਠਾ ਕਰਕੇ ਤੇ ਉਹ ਜਿਹੜਾ ਟਾਂਗਾ ਹੈ ਉਹ ਜਿਹੜਾ ਹੈ ਸਾਰਾ ਸਮਾਨ ਜਿਹੜਾ ਹੈ ਉਹ ਲੁੱਟ ਲਿਆ। ਤੇ ਫਿਰ ਕਿਉਂਕਿ ਦਾਦਾ ਜੀ ਜਿਹੜੇ ਰੋਹ ਵਾਲੇ ਸੀ ਉਹਨਾਂ ਨੇ ਕਿਹਾ ਇਹ ਕੀ ਕੀਤਾ ਸੀ ਤੇ ਇਸ ਤੇ ਉਹ ਲਾਈਕ ਮੁਜ਼ਾਹਰੇ ਨਾਰਾਜ਼ ਹੋ ਕੇ ਜਦੋਂ ਉਹਨੇ ਲਾਈਕ ਐਨ ਤਲਵਾਰ ਉਹਨਾਂ ਨੂੰ ਮਾਰਨ ਲੱਗਾ ਹੈ ਤੇ ਉਹ ਫਿਰ ਟਾਂਗਾ ਭਜਾ ਕੇ ਤੇ ਉਹ ਵਾਪਸ ਪਿੰਡ ਲੈ ਗਏ ਨੇ। ਤੇ ਫਿਰ ਉੱਥੇ ਉਹਨਾਂ ਨੇ ਬੀਬੀਆਂ ਨੂੰ ਕਿਹਾ ਵੀ ਜੋ ਵੀ ਸਮਾਨ ਹੈ ਉਹ ਜਿਹੜਾ ਹੈ ਉਹ ਸਮੇਟ ਲਓ ਤੇ ਜਿਹੜਾ ਟਾਂਗਾ ਲੈ ਕੇ ਤੇ ਸਾਨੂੰ ਹੁਣ ਜਿਹੜਾ ਗੱਡੀ ਤੇ ਜਿਹੜਾ ਚੜ੍ਹਨਾ ਪੈਣਾ ਵੀ ਹੁਣ ਇਹ ਜਿਹੜਾ ਕੰਮ ਖਰਾਬ ਹੈ ਤੇ ਹੁਣ ਜਾਣਾ ਹੀ ਪੈਣਾ। ਤੇ ਫਿਰ ਉਹਨਾਂ ਸ਼ਾਇਦ ਦਿਲ ਵੀ ਟੁੱਟ ਗਿਆ ਸੀ ਕਿਉਂਕਿ ਜੋ ਵੀ ਸੀ ਉਹ ਬੰਦੇ ਨੇ ਜਿਨ 'ਤੇ ਹਮਲਾ ਕੀਤਾ ਉਹ ਸ਼ਾਇਦ ਕਈ ਸਾਲਾਂ ਤੋਂ ਉਹਨਾਂ ਦੇ ਨਾਂ ਦੇ ਜ਼ਮੀਨ ਵਾਹ ਰਿਹਾ ਸੀ ਤੇ ਉਹ ਬੜਾ ਉਹਨਾਂ ਦਾ ਦਿਲ ਜਿਹੜਾ ਦੁਖੀ ਹੋਇਆ ਤੇ ਉੱਥੋਂ ਫਿਰ ਉਹ ਥੋੜ੍ਹਾ ਦਿਲ ਛੱਡ ਗਏ ਵੀ ਹੁਣ ਤੇ ਜਾਣਾ ਹੀ ਪੈਣਾ। ਅੱਛਾ, ਇੱਥੇ ਪਹੁੰਚ ਜਾਂਦੇ ਔਰ ਇੱਥੋਂ ਫਿਰ ਜਿਵੇਂ ਕਿ ਸਾਨੂੰ ਕੁਝ ਬੈਕਗਰਾਉਂਡ ਤੁਸੀਂ ਦੱਸਿਆ ਹੈ, ਇੱਥੋਂ ਫਿਰ ਅੱਗੇ ਕਿਵੇਂ ਫੈਮਿਲੀ ਤਾਂ ਤੁਸੀਂ ਕਹਿੰਦੇ ਹੋ ਕਿ ਦੋ ਪੋਰਸ਼ਨ ਦੇ ਵਿੱਚ ਗਈ ਹੈ? ਹਾਂਜੀ। ਤੇ ਫਿਰ ਉਹ ਜਦੋਂ ਦੂਸਰੇ ਟਾਂਗੇ ਤੇ ਲਾਈਕ ਸਵਾਰ ਹੋਏ ਤੇ ਇੱਥੇ ਭੀੜ ਬਹੁਤ ਜ਼ਿਆਦਾ ਸੀ ਕਿਉਂਕਿ ਜਿਹੜੇ ਲਾਈਕ ਚੱਕ ਝੁਮਰਾ ਜਿਹੜੀ ਮੰਡੀ ਤੋਂ ਕਾਫੀ ਸਾਰੇ ਲੋਕ ਸਨ ਜਿਹੜੇ ਚੜ੍ਹਨ ਵਾਲੇ ਸਨ ਤੇ ਜਿੰਨੀ ਵੀ ਫੈਮਿਲੀ ਸੀਗੀ, ਜਿੰਨੇ ਵੀ ਬੁੱਧ ਸਿੰਘ ਦਾ ਚੱਕ ਔਰ ਜਿੰਨੇ ਵੀ ਬਾਕੀ ਬਾਜਵੇ ਲਾਈਕ ਫੈਮਿਲੀ ਸੀਗੀਆਂ ਉਹ ਸਾਰੇ ਜਿਹੜੇ ਨੇ ਉਹ ਪਹਿਲੀ ਗੱਡੀ ਦੇ ਵਿੱਚ ਸਵਾਰ ਹੋ ਗਏ। ਤੇ ਇਹਨਾਂ ਦਾ ਜਿਹੜਾ ਇੱਕ ਕਿਤਾਬਾਂ ਦਾ ਜਿਹੜਾ ਬੋਰਾ ਸੀਗਾ ਉਹ ਬਾਹਰ ਕਿਤੇ ਇੱਥੇ ਸ਼ਾਇਦ ਰੱਖਿਆ ਹੋਏਗਾ ਤੇ ਉਹ ਫਟਾਫਟ ਜਦੋਂ ਚੱਕ ਕੇ ਉਹ ਰੱਖਣ ਲੱਗੇ ਤੇ ਭੀੜ ਥੋੜੀ ਜ਼ਿਆਦਾ ਹੋ ਗਈ ਤੇ ਗੱਡੀ ਚੜ੍ਹ ਨਾ ਸਕੇ ਤੇ ਜਿਸ ਤਰ੍ਹਾਂ ਗੱਡੀ ਵਿਸਲ ਦਿੰਦੀ ਹੈ ਤੇ ਹੌਲੀ ਹੌਲੀ ਜਦੋਂ ਸਟਾਰਟ ਹੋਣ ਲੱਗੀ ਤੇ ਇਹ ਥੋੜੇ ਜਿਹੇ ਇਹਨਾਂ ਨੇ ਜਿਹੜਾ ਕਿਤਾਬਾਂ ਦਾ ਬੋਰਾ ਸੁੱਟ ਦਿੱਤਾ ਤੇ ਥੋੜਾ ਜਿਹਾ ਮਿਊਸ ਜਾਂ ਜਿਹਨੂੰ ਕਹਿੰਦੇ ਵੀ ਮੇਰੀ ਦਾਦੀ ਦੱਸਦੇ ਸੀ ਭਈ ਮੂੰਹ ਸੁੱਟ ਕੇ ਤੇ ਐਂ ਬਹਿ ਗਏ ਲਾਈਕ ਕਿਤਾਬਾਂ ਵਾਲੇ ਬੋਰੇ ਤੇ ਫਿਰ ਮੇਰੇ ਦਾਦੀ ਜੀ ਜਿਹੜੇ ਸੀ ਉਹਨਾਂ ਯਕੀਨੀ ਤੌਰ ਤੇ ਗੱਡੀ ਤੋਂ ਲਾਈਕ ਉਤਰ ਗਏ ਤੇ ਜਦੋਂ ਮੇਰੇ ਦਾਦੀ ਜੀ ਉਤਰ ਗਏ ਤੇ ਮੇਰੇ ਜਿਹੜੇ ਪੜਦਾਦੀ ਜੀ ਨੇ ਉਹ ਕਹਿੰਦੇ ਨੇ ਵੀ ਆਹ ਜਿਹੜੀ ਕੁੜੀ ਹੈ ਕੁੜੀ ਦਾ ਮੈਂ ਕੀ ਕਰਾਂਗੀ ਵੀ ਤੁਸੀਂ ਦੋਵਾਂ ਨੇ ਤੇ ਇੱਥੇ ਰਹਿ ਜਾਣਾ ਹੈ ਤੇ ਇਹ ਕੁੜੀ ਤੇ ਲੈ ਜਾਓ। ਤੇ ਫਿਰ ਉਹਨਾਂ ਨੇ ਜਿਹੜੇ ਮੇਰੇ ਭੂਆ ਜੀ ਸੀ ਜਿਨ੍ਹਾਂ ਦੀ ਉਮਰ ਕਰੀਬ 2 ਸਾਲ ਦੇ ਕਰੀਬ ਸੀ ਉਹਨਾਂ ਨੂੰ ਵੀ ਟ੍ਰੇਨ 'ਚ ਮੇਰੀ ਦਾਦੀ ਜੀ ਨੂੰ ਫੜਾ ਦਿੱਤਾ ਤੇ ਗੱਡੀ ਜਿਸ ਤਰ੍ਹਾਂ ਹੋਰ ਤੇਜ਼ ਹੁੰਦੀ ਗਈ ਤੇ ਜਿਹੜੀ ਇੱਕ ਗੜਵੀ ਦੀ ਮੈਂ ਤਸਵੀਰ ਵਿਖਾ ਰਿਹਾ ਸਾਂ ਤੇ ਉਹਨਾਂ ਨੇ ਉਹ ਚਲਦੀ ਟ੍ਰੇਨ 'ਚੋਂ ਗੜਵੀ ਸਿੱਟ ਦਿੱਤੀ ਪਈ ਤੁਹਾਨੂੰ ਪਾਣੀ ਤੁਹਾਡੇ ਕੋਲ ਤਾਂ ਕੁਛ ਹੈ ਬਚਿਆ ਵੀ ਨਹੀਂ ਤੇ ਇਹ ਜਿਹੜਾ ਘੱਟੋ ਘੱਟ ਪਾਣੀ ਤੇ ਇਹਦੇ ਵਿੱਚ ਲਾਈਕ ਭਰ ਲਿਓ ਵੀ ਰਾਹ 'ਚ ਕੰਮ ਆਏਗਾ, ਸਫ਼ਰ ਲੰਮਾ ਹੈ। ਤੇ ਉਹ ਗੜਵੀ ਅੱਜ ਵੀ ਮੌਜੂਦ ਹੈ ਮੇਰੇ ਕੋਲ ਤੇ ਮੈਨੂੰ ਆਪਣੀਆਂ ਜਿਹੜੀਆਂ ਜੜ੍ਹਾਂ ਨਾਲ ਜੁੜਨ ਦੀ ਉਹ ਗੜਵੀ ਦਾ ਕਿਤੇ ਨਾ ਕਿਤੇ ਬਹੁਤ ਵੱਡਾ ਰੋਲ ਹੈ ਕਿਉਂਕਿ ਮੈਂ ਵੈਸੇ ਤਾਂ ਮੈਂ ਕੈਲੀਫੋਰਨੀਆ ਮੈਂ ਕਾਫੀ ਜਿਸ ਤਰ੍ਹਾਂ ਅਰਸੇ ਤੋਂ ਕੈਲੀਫੋਰਨੀਆ ਦੇ ਵਿੱਚ ਹੀ ਰਹਿ ਰਿਹਾ ਹਾਂ ਤੇ ਜਿਸ ਤਰ੍ਹਾਂ ਮੇਰੇ ਬੱਚੇ ਸਨ ਇੱਕ ਦਿਨ ਉੱਥੇ ਇੱਕ ਕਲਚਰ ਡੇ ਮਨਾਇਆ ਜਾਂਦਾ ਹੈ। ਇਹ ਗੜਵੀ ਫਿਰ ਇੱਥੋਂ ਅੱਗੇ ਪਹੁੰਚੀ ਹੁਸ਼ਿਆਰਪੁਰ ਪਹੁੰਚੀ? ਹਾਂਜੀ। ਜਿਹੜੀ ਗੜਵੀ ਉਹਨਾਂ ਨੇ ਸੁੱਟੀ ਸੀ ਵੀ ਕੁਝ ਤੇ ਲੈ ਜਾਓ ਤੁਸੀਂ ਇਹਦੇ ਪਾਣੀ ਲੈਣਾ। ਹਾਂਜੀ। ਫਿਰ ਜਿਸ ਤਰ੍ਹਾਂ ਹੁਸ਼ਿਆਰਪੁਰ ਤੋਂ ਵੀ ਜਿਸ ਤਰ੍ਹਾਂ ਥੋੜਾ ਜਿਹਾ ਅਸੀਂ ਮੂਵ ਹੋ ਗਏ ਜਿਸ ਤਰ੍ਹਾਂ ਕੈਲੀਫੋਰਨੀਆ ਤੇ ਫਿਰ ਉਹ ਵੀ ਘਰ ਜਿਸ ਤਰ੍ਹਾਂ ਉਦਾਂ ਹੀ ਪਿਆ ਰਿਹਾ। ਔਰ ਉਹ ਗੜਵੀ ਤੁਸੀਂ ਫਿਰ ਕੈਲੀਫੋਰਨੀਆ ਮੂਵ ਹੁੰਦੇ ਹੋ ਤੇ ਆਪਣੇ ਨਾਲ ਲੈ ਜਾਂਦੇ ਹੋ? ਉਹ ਵਾਕਿਆ ਇਦਾਂ ਹੋਇਆ ਜੀ ਵੀ ਉਹ ਜਿਹੜਾ ਘਰ ਵੀ ਸੀ ਉੱਥੇ ਕਿਸੇ ਨੇ ਉਹ ਬਾਰੀ ਤੋੜ ਕੇ ਸਾਰਾ ਸਮਾਨ ਲੈ ਗਏ ਸਨ ਜਿਹੜਾ ਨਾ ਤੇ ਇਹ ਗੜਵੀ ਬਚੀ ਰਹਿ ਗਈ ਤੇ ਜਦੋਂ ਮੈਂ ਗੜਵੀ ਵੇਖੀ ਤੇ ਮੇਰੇ ਯਾਦਾਂ ਤਾਜ਼ੀਆਂ ਹੋਈਆਂ ਤੇ ਮੈਂ ਕਿਹਾ ਵੀ ਇਹਨੂੰ ਤੇ ਫਿਰ ਮੈਨੂੰ ਲਿਜਾਣਾ ਚਾਹੀਦਾ ਤੇ ਫਿਰ ਮੈਂ ਇਸ ਨੂੰ ਕੈਲੀਫੋਰਨੀਆ ਜਿਹੜਾ ਹੈ ਉਹ ਲੈ ਗਿਆ। ਤੇ ਮੈਂ ਜਿਸ ਤਰ੍ਹਾਂ ਦੱਸ ਰਿਹਾ ਸੀ ਤੇ ਬੱਚੇ ਦਾ ਕਲਚਰ ਡੇ ਸੀ ਜਿਸ 'ਚ ਉਹਨਾਂ ਨੂੰ ਆਪਣੇ ਆਪਣੇ ਕਲਚਰ ਦੇ ਬਾਰੇ ਜਾਂ ਫਿਰ ਕੋਈ ਐਸਾ ਵਾਕਿਆਤ ਜਿਹੜਾ ਉਹਨਾਂ ਦੇ ਪੁਰਖਿਆਂ ਨਾਲ ਹੋਇਆ ਹੋਵੇ ਉਸ ਕਲਾਸ ਵਿੱਚ ਸ਼ੇਅਰ ਕਰਨਾ ਹੁੰਦਾ ਹੈ ਤੇ ਕੋਈ ਚੀਜ਼ ਐਸੀ ਲਿਜਾਣੀ ਹੁੰਦੀ ਹੈ। ਜ਼ਿਆਦਾਤਰ ਜਿਹੜੇ ਕਿ ਕੁਝ ਪਿਛਲੇ ਸਾਲਾਂ ਤੋਂ ਜਿਸ ਤਰ੍ਹਾਂ ਮੇਰੇ ਮਦਰ ਨੇ ਭਈ ਆਪਣੇ ਕਲਚਰ ਦੀ ਡਿਸ਼ ਲੈ ਜਾਓ, ਸੇਵੀਆਂ ਬਣਾ ਦੇਣੀਆਂ ਜਾਂ ਫਿਰ ਉਹਨਾਂ ਪਰੌਂਠੇ ਬਣਾ ਦੇਣੇ ਤਾਂ ਕਿ ਉਹ ਉੱਥੇ ਬੱਚੇ ਨੇ ਉਹ ਵੱਖਰੇ ਵੱਖਰੇ ਕਲਚਰ ਦੇ ਨੇ ਉਹਨਾਂ ਦੀ ਨਵੀਂ ਚੀਜ਼ ਹੈ ਸੇਵੀਆਂ ਜਿਸ ਤਰ੍ਹਾਂ ਵੇਖਣੀਆਂ ਤੇ ਉਹ ਸ਼ੇਅਰ ਕਰ ਸਕਦੇ ਸਨ। 2020 ਦੇ ਵਿੱਚ ਜਿਸ ਤਰ੍ਹਾਂ ਜਦੋਂ ਕਰੋਨਾ ਆਇਆ ਤੇ ਉਹ ਫੂਡ ਨਹੀਂ ਲਿਜਾ ਸਕਦੇ ਸਨ ਬੱਚੇ। ਅੱਛਾ। ਤੇ ਉਹ ਬੱਚੇ ਵੀ ਫਿਰ ਜਿਸ ਤਰ੍ਹਾਂ ਲਾਸਟ ਮੂਮੈਂਟ ਤੇ ਦੱਸਦੇ ਨੇ ਤੇ ਉਹ ਮੇਰੇ ਬੱਚੇ ਦੱਸਿਆ ਵੀ ਸਾਨੂੰ ਤਾਂ ਕਲਚਰ ਡੇ ਹੈ ਵੀ ਕੋਈ ਆਰਟੀਫੈਕਟ ਲੈ ਕੇ ਜਾਣਾ ਹੈ, ਕੋਈ ਚੀਜ਼ ਜਿਹੜੀ ਕੋਈ ਤੁਹਾਡੇ ਪੁਰਾਣੇ ਪੁਰਖਾਂ ਦੀ ਜਿਸ 'ਚ ਕਹਾਣੀ ਹੋਵੇ। ਤੇ ਮੇਰੀ ਉਸ ਵਕਤ ਜਿਹੜੀ ਹੈ ਨਜ਼ਰ ਉਸ ਗੜਵੀ ਤੇ ਪਈ ਤੇ ਇੱਕ ਅਹਿਸਾਸ ਆਇਆ ਕਿ ਇਹ ਜਿਹੜੀਆਂ ਕਹਾਣੀਆਂ ਨੇ ਜਾਂ ਚੱਕ ਝੁਮਰੇ ਬਾਰੇ
ਸ਼ਾਇਦ ਮੇਰੇ ਪਰਿਵਾਰ 'ਚ ਮੈਂ ਹੀ ਇੱਕ ਆਖਰੀ ਬੰਦਾ ਹਾਂ ਜੋ ਕਿ ਆਪਣੀ ਦਾਦੀ ਦੀਆਂ ਗੱਲਾਂ ਸੁਣ ਕੇ ਜਿਸ ਦੇ ਜ਼ਿਹਨ ਵਿੱਚ ਇਹ ਸਾਰੀਆਂ ਗੱਲਾਂ ਨੇ, ਤੇ ਮੇਰੇ ਨਾਲ ਤਾਂ ਸ਼ਾਇਦ ਇਹ ਗੱਲਾਂ ਹਮੇਸ਼ਾ ਲਈ ਹੀ ਮੇਰੇ ਤੋਂ ਬਾਅਦ ਖਤਮ ਹੋ ਜਾਣਗੀਆਂ। ਤੇ ਮੈਨੂੰ ਲੱਗਿਆ ਕਿ ਮੈਨੂੰ ਆਪਣੇ ਜਿਹੜੇ ਬੱਚਿਆਂ ਨਾਲ ਵੀ ਇਹ ਜਿਹੜੀ ਹੈਗਾ ਸ਼ੇਅਰ ਕਰਨਾ ਚਾਹੀਦਾ। ਤੇ ਉਹ ਦਿਨ ਸੀਗਾ ਕਿ ਜਿਸ ਦਿਨ ਮੈਂ ਪਹਿਲੀ ਵਾਰੀ ਆਪਣੇ ਬੱਚਿਆਂ ਨਾਲ ਇਹ ਜਿਹੜੀ ਹੈ ਆਪਣੇ ਪਾਰਟੀਸ਼ਨ ਦੀ ਜਿਹੜੀ ਕਹਾਣੀ ਹੈ, ਮੈਨੂੰ ਵੀ ਕਾਫੀ ਅਰਸਾ ਜਿਸ ਤਰ੍ਹਾਂ ਲੱਗ ਗਿਆ ਤੇ ਉਹਨਾਂ ਨਾਲ ਮੈਂ ਸ਼ੇਅਰ ਕੀਤੀ। ਤੇ ਫਿਰ ਉਹ ਬੱਚਾ ਗੜਵੀ ਸਕੂਲ ਵੀ ਲੈ ਕੇ ਗਿਆ ਤੇ ਸਕੂਲ ਉਸਨੇ ਫਿਰ ਬਾਕੀ ਆਪਣੀ ਕਲਾਸ ਦੇ ਵਿੱਚ ਵੀ ਦੱਸਿਆ 1947 ਦੀ ਵੰਡ ਦੀ ਕਹਾਣੀ, ਜੋ ਕਿ ਸ਼ਾਇਦ ਕਿਸੇ ਕਿਤਾਬ 'ਚ ਨਹੀਂ ਪੜ੍ਹਾਈ ਜਾਂਦੀ। ਜਿਸ ਹਿਸਾਬ ਦਾ ਨੁਕਸਾਨ ਹੋਇਆ ਪੰਜਾਬੀਆਂ ਦਾ, ਉਸ ਹਿਸਾਬ ਦਾ ਕੋਈ ਅੰਗਰੇਜ਼ੀ ਦੀ ਕਿਤਾਬ ਨਹੀਂ। ਇੱਥੋਂ ਤੱਕ ਕਿ ਇਹ ਜਿਹੜੇ ਇਲਾਕੇ ਜਿੱਥੇ ਇਹ ਹਾਦਸੇ ਹੋਏ ਉੱਥੇ ਵੀ ਇਹ ਕਿਤਾਬ ਵਿੱਚ ਕੋਈ ਡਾਕੂਮੈਂਟੇਸ਼ਨ ਨਹੀਂ ਵੀ ਕਿੱਥੇ ਕੀ ਵਾਕਿਆਤ ਜਿਹੜੇ ਨੇ ਗੁਜ਼ਰੇ। ਅਨੇਕਾਂ ਗੱਡੀਆਂ ਤੇ ਹਮਲੇ ਹੋਏ ਜਿਸ ਦੇ ਜੋ ਕਿ ਇਨਫੋਰਮੇਸ਼ਨ ਕਿਤੇ ਨਹੀਂ ਦਰਜ, ਤੇ ਉਹ ਬੜਾ ਮੁਸ਼ਕਿਲ ਹੋ ਜਾਂਦਾ ਹੈ ਕਿ ਜਿਹੜੇ ਤੁਸੀਂ ਨਿੱਕੇ ਹਿੱਸਿਆਂ ਜਦੋਂ ਇਨਫੋਰਮੇਸ਼ਨ ਹੈ ਉਸਨੂੰ ਇਕੱਠੀ ਕਰਨਾ। ਤੇ ਮੈਂ ਕੋਸ਼ਿਸ਼ ਕੀਤੀ ਹੈ ਕਿ ਜਿਸ ਤਰ੍ਹਾਂ ਮੇਰੇ ਦਾਦੀ ਦੀਆਂ ਕਹਾਣੀਆਂ ਤੋਂ ਦੱਸਦੇ ਸਨ, ਕੁਝ ਇਨਫੋਰਮੇਸ਼ਨ ਲੱਭ ਕੇ ਵੀ ਕਿਸ ਤਰ੍ਹਾਂ ਕੀ ਜਿਹੜੇ ਵਾਕਿਆਤ ਉਸ ਟਾਈਮ ਦੇ ਹੋਏ। ਤੇ ਜਿਸ ਤਰ੍ਹਾਂ ਮੈਂ ਦੱਸ ਰਿਹਾ ਸੀ ਕਿ ਉਹ ਪਹਿਲੀ ਗੱਡੀ ਦੇ ਵਿੱਚ ਨਾ ਚੜ੍ਹ ਸਕੇ ਤੇ ਉਹ ਬਿਲਕੁਲ ਮਾਯੂਸ ਹੋ ਕੇ ਤੇ ਇੱਥੇ ਬੈਠ ਗਏ। ਤੇ ਜਿਹੜੀ ਗੜਵੀ ਸੀਗੀ ਉਹ ਉਹਨਾਂ ਦੇ ਕੋਲ ਸੀ ਝੁਮਰਾ ਸਟੇਸ਼ਨ ਤੇ। ਹਾਂਜੀ, ਉਹ ਜਿਹੜੀ ਗੱਡੀ ਸੀ ਜਿਹੜੀ ਮਿਸ ਹੋ ਗਈ ਸੀ ਉਹਨਾਂ ਦੀ, ਕਿਉਂਕਿ ਬਾਜਵੇ ਜਿਹੜੇ ਸੀ ਉਹ ਇੱਥੋਂ ਜਿਹੜੇ ਸੀ ਅਖੀਰ 'ਚ ਮੂਵ ਹੋਏ ਸਨ, ਕਿਉਂਕਿ ਲੈਲਪੁਰ ਜ਼ਿਲ੍ਹਾ ਜਿਹੜਾ ਸੀ ਉਹਨੂੰ ਤਕਰੀਬਨ ਸੇਫ ਮੰਨਿਆ ਜਾਂਦਾ ਸੀ ਕਿਉਂਕਿ ਇੱਥੇ ਸਿੱਖ ਪਾਪੂਲੇਸ਼ਨ ਜ਼ਿਆਦਾ ਸੀ। ਤੇ ਜਿਸ ਤਰ੍ਹਾਂ ਆਮ ਜਿਹੜੀਆਂ ਖਬਰਾਂ ਆਉਣਗੀਆਂ ਵੀ ਹਾਂਜੀ ਰਾਵਲਪਿੰਡੀ 'ਚ ਹਮਲਾ ਹੋ ਗਿਆ, ਅੰਮ੍ਰਿਤਸਰ 'ਚ ਹਮਲਾ ਹੋ ਗਿਆ, ਲਾਹੌਰ 'ਚ ਹਮਲਾ ਹੋ ਗਿਆ, ਜਲੰਧਰ ਹੋ ਗਿਆ, ਇਹ ਸ਼ਹਿਰਾਂ ਥੋੜ੍ਹਾ ਜ਼ਿਆਦਾ ਸੀ। ਤੇ ਜਿਹੜੇ ਕੁਛ ਸੀਗੇ ਜਿਹੜੇ ਏਰੀਆ ਜਿਸ ਤਰ੍ਹਾਂ ਕਿ ਲੈਲਪੁਰ, ਇੱਥੇ ਇੰਨਾ ਜ਼ਿਆਦਾ ਜਿਹੜਾ ਸੀਗਾ ਦੂਜਿਆਂ ਦੇ ਨਿਸਬਤ ਕੁਝ ਸੇਫਟੀ ਸੀ। ਪਰ ਫਿਰ ਜਦੋਂ ਅਖੀਰ ਮੈਂ ਤੁਹਾਨੂੰ ਦੱਸਿਆ ਐਸੇ ਮੁਕਾਮ ਆਏ ਕਿ ਭਾਵੇਂ ਇੰਨਾ ਸਟੇਬਲ ਜਿਹੜੇ ਹੈਗੇ ਨੇ ਲਾਈਫ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਜਿਹੜਾ ਇੱਥੋਂ ਜਿਹੜਾ ਮੂਵ ਹੋਣਾ ਪਿਆ ਇੱਕ ਦਿਨ।